So we are going to start with speaking module. Some of the basic tips for speaking that are very important. First, your speaking should be natural. काफी बार देखा जाता हैगा कि स्टूडेंट्स रट्टे रटाया आंसर बोल दिंदे आ, ना ही कोई ग्रामर मिस्टेक हैगी या ना ही कोई ਪ੍ਰੋਨੰਸੀਏਸ਼ਨ ਮਿਸਟੇਕ ਹੈ, ਠੀਕ ਹੈ, ਤੇ ਪ੍ਰੋਪਰ ਫਲੂਐਂਸੀ ਦੇ ਵਿੱਚ ਆ, ਬਟ ਸਟੂਡੈਂਟਸ ਦਾ ਜੋ ਬੈਂਡ ਸਕੋਰ ਹੈਗਾ ਉਹ ਸਿਰਫ 6 ਰਹਿ ਜਾਂਦਾ। ਸੋ ਆਈ ਐਮ ਗੋਇੰਗ ਟੂ ਐਕਸਪਲੇਨ ਕਿ ਆਪਾਂ 6 ਤੋਂ ਸਕੋਰ ਇਨਕਰੀਜ਼ ਕਿਦਾਂ ਕਰਨਾ। ਈਵਨ ਆਪਣੀਆਂ ਕੁਝ ਗ੍ਰਾਮਰ ਮਿਸਟੇਕਸ ਵੀ ਹੋ ਸਕਦੀਆਂ, ਆਪਣੀ ਕਿਤੇ ਫਲੂਐਂਸੀ ਦੇ ਵਿੱਚ ਪੌਜ਼ ਵੀ ਹੋ ਸਕਦਾ, ਬਟ ਇਫ ਯੂ ਆਰ ਨਾਟ ਡਿਲੀਵਰਿੰਗ ਅ ਕ੍ਰੈਮਡ ਆਂਸਰ, ਅਗਰ ਤੁਸੀਂ ਕ੍ਰੈਮਡ ਰਟਿਆ ਰਟਾਇਆ ਆਂਸਰ ਨਹੀਂ ਦੇ ਰਹੇ ਤਾਂ ਤੁਹਾਡਾ ਬੈਂਡ ਸਕੋਰ ਹੈਗਾ ਜੋ ਐਕਚੁਅਲੀ ਇਨਕਰੀਜ਼ ਹੋਏਗਾ, ਕਿਉਂਕਿ ਐਗਜ਼ਾਮੀਨਰ ਨੂੰ ਪਤਾ ਹੁੰਦਾ ਕਿ ਤੁਸੀਂ ਰੱਟ ਕੇ ਦੇ ਰਹੇ ਹੋ ਆਂਸਰ ਜਾਂ ਆਪਣੇ ਖੁਦ ਦੇ ਆਈਡੀਆਜ਼ ਐਕਸਪ੍ਰੈਸ ਕਰ ਰਹੇ ਹੋ। ਐਂਡ ਐਗਜ਼ਾਮੀਨਰ ਨੂੰ ਕਿੱਦਾਂ ਪਤਾ ਚੱਲੇਗਾ, ਕਿਉਂਕਿ ਅਗਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਹਾਂ ਤਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਹੋਏ ਆਪਣੀ ਜੋ ਐਨੋਟੇਸ਼ਨਸ ਹੈਗੀਆਂ, ਆਪਣੇ ਜੋ ਜੈਸਚਰਸ ਹੈਗੇ ਆ, ਉਹ ਚੇਂਜ ਹੁੰਦੇ ਆ। ਕੋਈ ਵੀ ਆਪਾਂ ਨੂੰ ਦੇਖ ਕੇ ਆਪਾਂ ਨੂੰ ਗੱਲ ਕਰਦੇ ਹੋਏ ਦੇਖ ਕੇ ਆਈਡੀਆ ਲਗਾ ਲੇਗਾ ਕਿ ਤੁਸੀਂ ਖੁਸ਼ ਹੋ ਕੇ ਗੱਲ ਕਰ ਰਹੇ ਹੋ ਜਾਂ ਦੁਖੀ ਹੋ ਕੇ ਗੱਲ ਕਰ ਰਹੇ ਹੋ, ਜਿਸ ਤੋਂ ਆਪਣਾ ਪਤਾ ਚੱਲ ਜਾਂਦਾ ਕਿ ਉਹ ਨੈਚੁਰਲ ਆ ਜਾਂ ਰੱਟ ਕੇ ਬੋਲ ਰਹੇ ਆ। ਹੁਣ ਤੁਸੀਂ ਕੁਝ ਰੱਟਾ ਲਗਾ ਕੇ ਬੋਲ ਰਹੇ ਹੋ, ਉਹਦੇ ਵਿੱਚ ਤੁਸੀਂ ਆਪਣੀਆਂ ਫੀਲਿੰਗਸ ਐਕਸਪ੍ਰੈਸ ਕਰ ਪਾਓਗੇ? ਨੋ, ਨਹੀਂ ਕਰ ਪਾਉਂਦੇ ਆਪਾਂ। So it's very important to give original answers, and original answers ਆਪਾਂ ਕਿੱਦਾਂ ਕਰਨੇ ਆ ਉਹ ਆਪਾਂ ਆਪਣੀ ਕਲਾਸ ਦੇ ਵਿੱਚ ਡਿਸਕਸ ਕਰਨ ਵਾਲੇ ਹੈਗੇ ਆ, ਠੀਕ ਹੈ। ਬੜਾ ਸਿੰਪਲ ਹੁੰਦਾ। ਐਂਡ ਇੰਪੋਰਟੈਂਟ ਗੱਲ ਆਪਾਂ ਨੂੰ ਜੋ ਧਿਆਨ ਦੇ ਵਿੱਚ ਰੱਖਣੀ ਆ ਉਹ ਇਹ ਹੈਗੀ ਆ ਕਿ ਆਪਾਂ ਨੂੰ ਕਿਹੜੇ ਫੈਕਟਰਸ ਤੇ ਕਿੰਨਾ ਬੇਸਿਸ ਤੇ ਮਾਰਕਸ ਮਿਲਦੇ ਆ। ਫਲੂਐਂਸੀ ਦੇ ਮਾਰਕਸ ਹੁੰਦੇ ਹੈਗੇ ਆ, ਗ੍ਰਾਮਰ ਦੇ ਮਾਰਕਸ, ਪ੍ਰੋਨੰਸੀਏਸ਼ਨ ਦੇ ਆ, ਕਲੀਅਰ, ਐਂਡ ਟਾਸਕ ਅਚੀਵਮੈਂਟ, ਕਿ ਜੋ ਕੁਐਸਚਨ ਪੁੱਛਿਆ ਗਿਆ ਸੀ ਆਪਾਂ ਉਸੇ ਦੇ ਰਿਲੇਟਡ ਆਨਸਰ ਦੇ ਰਹੇ ਹਾਂ, ਆਫ ਟੌਪਿਕ ਤਾਂ ਨਹੀਂ ਜਾ ਰਹੇ। that is important. So going to start further, ਆਪਾਂ ਅੱਜ ਦੀ ਕਲਾਸ ਦੇ ਵਿੱਚ ਜੋ ਮੇਨ ਪੁਆਇੰਟਸ ਕਵਰ ਕਰਾਂਗੇ that are related to free time. ਜਨਰਲੀ ਇੰਟਰੋ ਕੁਐਸਚਨਸ ਆਉਂਦੇ ਆਪਾਂ ਨੂੰ, ਇੰਟਰੋ ਕੁਐਸਚਨਸ ਦੇ ਵਿੱਚ ਪੁੱਛਿਆ ਜਾਏਗਾ, ਜ਼ਿਆਦਾਤਰ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਟੌਪਿਕ ਹੈਗਾ ਫ੍ਰੀ ਟਾਈਮ। ਪਹਿਲਾਂ ਆਪਾਂ ਫ੍ਰੀ ਟਾਈਮ ਦੇ ਰਿਲੇਟਡ ਕੁਐਸਚਨਸ ਕਵਰ ਕਰਾਂਗੇ। ਫਰਸਟ ਕੁਐਸਚਨ, what do you enjoy doing in your free time? ਤੁਸੀਂ ਆਪਣੇ ਫ੍ਰੀ ਟਾਈਮ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਹੋ? So answer you can. Well, in my free time there are number ਆਪਾਂ ਨੂੰ ਸਟਾਰਟ ਇਸ ਵੇ ਨਾਲ ਕਰਦੇ ਹਾਂ। there are, ਤੁਹਾਡੇ ਕੋਲ ਚੋਇਸ ਆ, ਕਿਉਂਕਿ ਤੁਸੀਂ ਕੋਈ ਇੱਕ ਪਾਰਟਿਕੂਲਰ ਐਕਟੀਵਿਟੀ ਲਈ ਵੀ ਜਾ ਸਕਦੇ ਹੋ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਹਾਂ ਮੈਨੂੰ ਟਾਈਮ ਲੱਗਿਆ ਤਾਂ ਮੈਂ ਵੈਬ ਸੀਰੀਜ਼ ਦੇਖ ਲੀਆਂ ਜਾਂ ਪਬਜੀ ਖੇਲ ਲਈ, ਠੀਕ ਹੈ, ਜਾਂ ਬੁੱਕਸ ਰੀਡ ਕਰ ਲੀਆਂ ਜਾਂ ਫਿਰ ਸੌਂਗ ਸੁਣ ਲਏ। ਇਹ ਸਾਰੇ ਆਪਣੇ ਫ੍ਰੀ ਟਾਈਮ ਦੀਆਂ ਐਕਟੀਵਿਟੀਜ਼ ਨੇ। ਇਹਨਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਬੋਲ ਸਕਦੇ ਹੋ, ਠੀਕ ਹੈ, ਜਾਂ ਤੁਸੀਂ ਸਾਰੀਆਂ ਵੀ ਬੋਲ ਸਕਦੇ ਹੋ, ਠੀਕ ਹੈ ਜੀ। ਆਪਾਂ ਕਿਸ ਵੇ ਨਾਲ ਆਨਸਰ ਕਰਨਾ, ਜਸਟ ਲਿਸਨ। well, there are number of activities that I like to do in my free time. Mostly, ਹੁਣ ਇੱਥੇ word ਦੇਖੋ ਮੈਂ use ਕਰ ਰਿਹਾ ਹੈਗਾ mostly। mostly ਕਿਉਂ use ਕੀਤਾ? ਮੈਂ ਕਹਿਣਾ ਚਾਹੁੰਦਾ ਜ਼ਿਆਦਾਤਰ ਕਿਹੜਾ ਕਰਦਾ, ਠੀਕ ਹੈ। mostly I listen to songs in my free time. Otherwise I prefer to play PUBG, as I'm a big fan of PUBG and all my friends we together make a squad and we have a match, ठीक है जी। इस वे नाल ਆਪਾਂ अपना आंसर कर सकते हैं। Otherwise ਤੁਸੀਂ बड़े simple way ਚ ਵੀ ਜਾ ਸਕਦੇ ਹੋ। well, I'm having very keen interest in reading books, so whenever I'm having a free time I love to read books. They make me feel relaxed and help to broaden my horizons, ठीक। दूसरा तरीका ਸੀਗਾ ਜਿਹਦੇ ਵਿੱਚ ਆਪਾਂ ਦੱਸਿਆ ਕਿ ਮੈਂ ਆਪਣੇ ਫ੍ਰੀ ਟਾਈਮ ਦੇ ਵਿੱਚ ਬੁੱਕਸ ਰੀਡ ਕਰਦਾ ਤੇ ਮੈਨੂੰ ਰਿਲੈਕਸੇਸ਼ਨ ਵੀ ਫੀਲ ਹੁੰਦੀ ਹੈ, and at the same time it helps to broaden my horizons. broaden my horizons mean to say ਕਿ ਮੇਰੀ ਜੋ ਸੋਚ ਦਾ ਦਾਇਰਾ ਉਹ ਇਨਕਰੀਜ਼ ਹੁੰਦਾ ਹੈਗਾ। that is one thing. next,
I'm moving to the second question. How much time do you have each week doing these things? कि ਇਹ ਸਾਰੀਆਂ ਐਕਟੀਵਿਟੀਜ਼ ਕਰਨ ਦੇ ਲਈ ਤੁਹਾਡੇ ਕੋਲ ਕਿੰਨਾ ਕੁ ਟਾਈਮ ਹੁੰਦਾ? If you are a student, clear? अगर तुसी स्टूडेंट हो तो ਆਪਾਂ ਉਹਦੇ ਅਕੋਰਡਿੰਗ ਆਨਸਰ ਕਰਾਂਗੇ. We are on a second question. If you are a student, you will say, well, after completing my school work and daily routine works, I usually spare some time for reading books. अगर ਤੁਹਾਡੀ ਐਕਟੀਵਿਟੀ ਰੀਡਿੰਗ ਬੁక్స్ ਹੈਗੀ ਆ ਜਾਂ for playing games, ਜੋ ਵੀ ਤੁਸੀਂ ਆਪਣੀਆਂ ਲੇਅਰ ਐਕਟੀਵਿਟੀਜ਼ ਕਰਦੇ ਹੋ ਉਹ ਤੁਸੀਂ ਮੈਂਸ਼ਨ ਕਰ ਦਿਓ. ਠੀਕ ਹੈ, ਆਪਾਂ ਕਹਿ ਰਹੇ ਹਾਂ yes, after completing my school work and all other routine works, I usually, ठीक है, पहले क्वेश्चन ਦੇ ਵਿੱਚ ਮੈਂ ਇੱਕ ਕਨੈਕਟਰ ਯੂਜ਼ ਕਰ ਰਿਹਾ ਸੀ, ਇੱਕ ਐਡਵਰਬ ਯੂਜ਼ ਕੀਤਾ ਸੀਗਾ mostly. ਹੁਣ ਯੂਜ਼ ਕਰ ਰਿਹਾ ਹੈਗਾ usually, spare some time to do these tasks ਜਾਂ to do these fun activities, layer activities, recreative activities. Clear? Moving to third question. Why do you like doing these activities? कि तुसी ये activities क्यों करना पसंद करते हो? Why do you like to do these activities? तुसी ये सारी activities क्यों करते हो? So it's quite simple. अगर ਆਪਾਂ कोई activity करते हैं, then definitely they will make us feel relaxed. ਆਪਾਂ ਨੂੰ ਕੀ ਆ relaxation ਦਿੰਦੇ ਆ. ठीक है, moreover, ठीक, moreover अपन होर की हुंदा है इस तो इलावा रिलैक्सेशन तो इलावा they give us change. अपन जो पूरे डे ਦੇ ਵਿੱਚ ਕੋਈ ਟਾਸਕ ਕਰ ਰਹੇ ਸੀ ਉਹਦੇ ਵਿੱਚੋਂ ਆਪਾਂ ਨੂੰ ਚੇਂਜ ਮਿਲਦੀ ਆ. and at the same time, like if you are playing games over mobile phone, ਹੈ ਨਾ, ਹੁਣ ਤੁਸੀਂ ਮੋਬਾਈਲ ਫੋਨ ਤੇ ਗੇਮਸ ਖੇਲਦੇ ਰਹਿੰਦੇ ਹੋ ਤਾਂ ਤੁਹਾਡੇ ਲਈ ਕਿੱਦਾਂ ਬੈਨੀਫੀਸ਼ੀਅਲ ਹੈ, ਕਿਉਂ ਕਰਦੇ ਹੋ? ਆਪਾਂ ਕਹਿ ਸਕਦੇ at the same time it helps to enhance my cognitive skills. मैं word use कर रहा हैगा cognitive skills कि mentally मैनू stronger कर दिया, मेरी thinking पारा increase हुंदी हैगी है, मेरी creativity है जो increase हुंदी है. Clear? So going to give its answer. Yes, you can check now. These activities gives me change in my daily routine work and make me feel relaxed. Moreover, these recreational activities helps me to enhance my cognitive skills. ठीक है जी? ਤਾਂ ਇਹ ਜੋ ਇੰਟਰੋ ਦੇ ਕੁਐਸਚਨਸ ਹੁੰਦੇ ਆ, ਇੰਟਰੋ ਵਾਲੇ ਕੁਐਸਚਨਸ ਹੁੰਦੇ ਆ, ਇਹ ਜਨਰਲੀ ਆਪਾਂ ਨੂੰ 1 or 2 ਲਾਈਨਸ ਦੇ ਵਿੱਚ ਹੀ ਕਵਰ ਕਰਨਾ ਹੁੰਦਾ. ਕਲੀਅਰ? ਇਹਦੇ ਵਿੱਚ ਆਪਾਂ ਕਦੀ ਵੀ ਯੈਸ ਨੋ ਜਾਂ ਇੱਕ ਲਾਈਨ ਦੇ ਵਿੱਚ ਇਨਕੰਪਲੀਟ ਆਨਸਰ ਤਾਂ ਨਹੀਂ ਛੱਡਾਂਗੇ. ਐਗਜ਼ਾਮੀਨਰ ਤੁਹਾਨੂੰ ਪੁੱਛਦਾ ਰਹੇਗਾ ਵਾਈ, ਕਿਉਂ, ਇਹ ਉਹ, ਠੀਕ ਹੈ, ਤਾਂ ਉਹ ਆਪਾਂ ਜੋ ਵੀ ਹੈਗਾ ਉਹਨੂੰ ਆਪਾਂ ਖੁਦ ਕੰਪਲੀਟ ਕਰ ਦੇਣਾ, ਕੋਈ ਆਨਸਰ ਇਨਕੰਪਲੀਟ ਨਹੀਂ ਛੱਡਣਾ. ਐਂਡ ਐਟ ਦਾ ਸੇਮ ਟਾਈਮ ਇਸਨੂੰ ਬੜਾ ਲੈਂਥੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ. 2 to 3 lines are sufficient for intro questions. Like next question आ रहा हैगा, I'm moving to this question. Is there some other hobby or sport you would like to try? Then why? Clear? ਹੁਣ ਤੁਹਾਡੇ ਕੋਲੋਂ ਪੁੱਛੇ ਗਏ ਸੀ is there some other hobby or sport, ਤਾਂ ਆਪਣਾ ਆਨਸਰ yes or no ਦੇ ਵਿੱਚ ਹੋ ਸਕਦਾ ਸੀਗਾ, ਬਟ ਆਪਾਂ yes or no ਦੇ ਵਿੱਚ ਨਹੀਂ ਛੱਡਣਾ, ਆਪਾਂ ਉਹਦਾ ਫਰਦਰ ਪਾਰਟ ਕਵਰ ਕਰਨਾ ਹੁੰਦਾ. why, ਕਿਉਂ? ਅਗਰ ਐਗਜ਼ਾਮੀਨਰ ਨੇ ਪੁੱਛਿਆ ਤਾਂ ਵੀ, ਅਗਰ ਨਹੀਂ ਪੁੱਛਿਆ ਆਪਾਂ ਫਿਰ ਵੀ ਦੱਸਣਾ ਹੋਏਗਾ, ਅਦਰਵਾਈਜ਼ ਐਗਜ਼ਾਮੀਨਰ ਆਪਾਂ ਨੂੰ ਗੈਸ ਹੀ ਨਹੀਂ ਕਰ ਪਾਏਗਾ, ਆਪਾਂ ਨੂੰ ਜੱਜ ਹੀ ਨਹੀਂ ਕਰ ਪਾਏਗਾ. ਓਕੇ, ਸੋ ਆਪਾਂ ਆਪਣੇ ਕੁਐਸਚਨ ਦਾ ਆਨਸਰ ਦੇਖਦੇ ਹੈਗੇ ਆ. Is there some other hobby or sport? Definitely yes ਹੋਏਗਾ. ਠੀਕ ਹੈ, ਹੁਣ ਤੱਕ ਆਪਾਂ ਜੋ ਗੱਲ ਕੀਤੀ ਸੀਗੀ, ਮੈਂ ਗੱਲ ਕੀਤੀ ਸੀਗੀ ਇਨਡੋਰ ਐਕਟੀਵਿਟੀਜ਼ ਦੀ, ਮੈਂ ਕਿਤੇ ਵੀ ਆਊਟਡੋਰ ਨਹੀਂ ਸੀ ਮੈਂਸ਼ਨ ਕੀਤਾ. ਹੁਣ ਅਗਰ ਆਪ ਮੈਨੂੰ ਮੌਕਾ ਮਿਲ ਰਿਹਾ ਕਿ ਕੋਈ ਹੋਰ ਐਕਟੀਵਿਟੀ ਹੈਗੀ ਆ ਤਾਂ ਮੈਂ ਮੈਂਸ਼ਨ ਕਰ ਦਵਾਂਗਾ that I like outdoor activities also if there is a favorable environment outside. ठीक है, environment, or you can say if there is a favorable weather outside.
as now these days it's very hot outside, thus I prefer to play indoor games only. Otherwise, in outdoor activities, I prefer to play cricket, football. You can mention anything. I hope it will be helpful to you. Moving to next question. How has the way people spend their free time changed over the years? How has the way people spend their free time changed over the years? Here, I want to mention that it is very important question. It's very important question because a question बहुत बार repeat हो चुका है, बहुत बार पूछा जाता है, commonly पूछा जाता. So for this answer, we need a perfect. For this question, we need a perfect answer. अपना perfect answer की होएगा how? तो ਆਪਾਂ थोड़ा जिहा comparison कर देवांगे, ठीक है? 2 ਤੋਂ 3 ਲਾਈਨ ਜਾਂ ਵੱਧ ਤੋਂ ਵੱਧ ਆਪਣਾ 4 ਲਾਈਨਾਂ ਦੇ ਵਿੱਚ ਸੈਂਟੈਂਸ ਚਲਾ ਜਾਏਗਾ, ਥੋੜਾ ਸਾ ਲੈਂਥੀ ਹੋ ਸਕਦਾ. ਤਾਂ just check answer. How has the ways people spend their free time changed over the years? ਤਾਂ ਮੈਂ ਆਨਸਰ ਕਰਾਂਗਾ अर्लियर टाइम एंड प्रेजेंट टाइम ਦੇ ਵਿੱਚ. ਪਹਿਲਾਂ ਕੀ ਹੁੰਦਾ ਸੀਗਾ? In earlier times, there were not as many electronic gadgets and as such development in technology. इसको पहला की सीगा मैं मेंशन कर रहा है कि earlier times ਵਿੱਚ ਇੰਨੇ ਇਲੈਕਟ੍ਰੋਨਿਕ ਗੈਜੇਟਸ ਨਹੀਂ ਸੀ ਅਤੇ ਨਾ ਹੀ ਟੈਕਨੋਲੋਜੀ ਦੇ ਵਿੱਚ ਇੰਨੀ ਡਿਵੈਲਪਮੈਂਟ ਸੀ. ਇਸੇ ਕਰਕੇ ਲੋਕ ਇੱਕ ਦੂਜੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੇ ਸੀ. So I will say in earlier times there were not as many electronic gadgets as today and there was not as such development in technology. So people generally spend their time with each other, with their family members or with their friends. Generally, there are some common places where people used to gather together and have a exchange of words. However, at present time, people sunk into virtual world. ठीक है, even you can use sunk or sink. दोनों ही sunk ਤਾਂ ਮੈਂ ਕਹਿ ਰਿਹਾ ਕਿ ਉਹ ਡੁੱਬ ਚੁੱਕੇ ਨੇ virtual world ਦੇ ਵਿੱਚ, sink ਕਿ ਉਹਦੇ ਵਿੱਚ ਆ ਗਏ. So I am using here virtual world. People sink into the virtual world. Virtual world ਕਿਹੜਾ ਹੈਗਾ? ਟੈਕਨੋਲੋਜੀ ਦੇ ਕਾਰਨ ਆਪਾਂ ਆਪਣੇ ਇੱਕ ਇਲੈਕਟ੍ਰੋਨਿਕਸ ਲਾਈਕ ਫੇਸਬੁੱਕ, ਇੰਸਟਾਗ੍ਰਾਮ ਹੈ ਨਾ, ਇਹ ਸਾਰੀਆਂ ਜੋ ਹੈਗੇ ਆ ਸੋਸ਼ਲ ਮੀਡੀਆ ਹੈਗਾ, ਇਹਨਾਂ ਤੇ ਆਪਾਂ ਲੱਗੇ ਰਹਿਣੇ ਆ ਚੈਟਿੰਗ ਦੇ ਵਿੱਚ. ਸਾਹਮਣੇ ਕੌਣ ਬੈਠਾ ਆਪਾਂ ਨੂੰ ਨਹੀਂ ਪਤਾ, ਉਹਨਾਂ ਨਾਲ ਆਪਾਂ ਇੰਨੀ ਗੱਲ ਨਹੀਂ ਕਰ ਰਹੇ ਜਿੰਨੀ ਕਿ ਆਪਾਂ ਕੁਝ ਐਪਸ ਤੇ ਆਪਣਾ ਟਾਈਮ ਸਪੈਂਡ ਕਰਦੇ ਆ. So that's why I've said at present era, at present day, people sink into virtual world. Okay, or you can say agar tusi sink word nahi use karna chahte, people spend their most time on some of the social apps such as Facebook, Instagram. That has changed the entire mode of communication. They prefer to have chat with their virtual friends. All this. So any question up to here, you are welcome.